ਵਖਾਨੈ। ਦਰਸ਼ਨ ਮੰਗੋ ਦੇ ਪਿਆਰੇ, ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਸੁਕਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਐ ਸਿਫਤ ਖਸਮਦੀ, ਨੋਏ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਘਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਘਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਪੰਜਵਾ। ਕਰਨ ਕਰਾਵਨ ਹਰ ਅੰਤਰ ਜਾਮੀ, ਜਨ ਆਪਣੇ ਕੀ ਰਾਖੈ। ਜੈ ਜੈਕਾਰ ਹੋਤ ਜਗ ਭੀਤਰ, ਸ਼ਬਦ ਗੁਰੂ ਰਸ ਚਾਖੈ। ਪ੍ਰਭ ਜੀ ਤੇਰੀ ਓਟ ਗੋਸਾਈ, ਤੂੰ ਸਮਰੱਥ ਸਰਨ ਕਾ ਦਾਤਾ। ਆਠ ਪੈਰ ਤੁਮ ਧਿਆਈ, ਕਰਨ ਕਰਾਵਨ ਹਰ ਅੰਤਰ ਜਾਮੀ। ਜਨ ਆਪਣੇ ਕੀ ਰਾਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਅੰਮ੍ਰਿਤ ਵੇਲੇ ਤੋਂ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ। ਐਸੇ ਮਹਾਂਵਾਗ ਸਤਿਗੁਰਾਂ ਦੇ ਗੁਰਬਾਣੀ ਵਿੱਚ ਬਖਸ਼ਿਸ਼ ਕੀਤੇ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਬਾਣੀ ਧੁਰ ਦਰਗਾਹ ਸੱਚਖੰਡ ਤੋਂ ਆ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆਂ ਦੇ ਹਿਰਦੇ ਵਿੱਚ ਉਤਰੀ ਹੈ। ਉਹ ਬਾਣੀ ਸਤਿਗੁਰਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਭਲੇ ਵਾਸਤੇ ਦਰਜ ਕਰਕੇ ਅੰਕਿਤ ਕਰਕੇ ਸਾਨੂੰ ਪੜ੍ਹਨ ਵਾਸਤੇ ਸੁਣਨ ਵਾਸਤੇ ਇਹ ਦਾਤਾਂ ਬਖਸ਼ਿਸ਼ ਕੀਤੀਆਂ, ਤਾਂ ਕਿ ਸਾਡਾ ਭਲਾ ਹੋਵੇ, ਸਾਡਾ ਇਹ ਜਨਮ ਸਫਲਾ ਹੋ ਜਾਵੇ।
ਸਤਿਗੁਰਾਂ ਨੇ ਬੇਅੰਤ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਨਿਤਨੇਮ ਔਰ ਕੀਰਤਨ ਆਪ ਸੰਗਤਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਸੀ। ਇਸ ਵੇਲੇ ਆਪਾਂ ਲੜੀਵਾਰ ਜੋ ਗੁਰਬਾਣੀ ਦੀ ਕਥਾ ਹੈ ਉਸ ਨੂੰ ਸਰਵਣ ਕਰਦੇ ਹਾਂ। ਆਓ ਕੁਝ ਸਮੇਂ ਲਈ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸਤਿਗੁਰਾਂ ਦੇ ਅਗੰਮੀ ਬਚਨ ਜੋ ਹਨ ਉਹ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਨੂੰ ਰਚਨਹਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਸੋਰਠ ਰਾਗ ਦੇ ਵਿੱਚ ਪਾਵਨ ਪਵਿੱਤਰ ਜੋ ਉਪਦੇਸ਼ ਹੈ ਉਸ ਨੂੰ ਬਖਸ਼ਿਸ਼ ਕਰ ਰਹੇ ਨੇ। 630 ਅੰਗ ਦੇ ਉੱਪਰ ਇਹ ਗੁਰਬਾਣੀ ਦਾ ਮਹਾਵਾਕ ਜੋ ਹੈ ਸੋ ਉਹ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਫਰਮਾਉਂਦੇ ਹਨ, ਕਰਨ ਕਰਾਵਨ ਹਰ ਅੰਤਰ ਜਾਮੀ, ਜਨ ਆਪਣੇ ਕੀ ਰਾਖੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਕਹਿਣ ਲੱਗੇ ਉਹ ਜੋ ਸੁਆਮੀ ਮਾਲਕ ਹੈ ਨਾ ਪਰਮਾਤਮਾ, ਉਹ ਜੋ ਚਾਹਵੇ ਉਹ ਕਰਨ ਦੀ ਸਮਰੱਥਾ ਰੱਖਦਾ ਹੈ। ਪਰਮਾਤਮਾ ਜੋ ਚਾਹਵੇ ਕਿ ਇਹ ਕਾਰਜ ਕਰਨਾ ਹੈ ਉਸ ਕਾਰਜ ਨੂੰ ਕਰਨ ਦੀ ਸਮਰੱਥਾ ਉਹਦੇ ਕੋਲ ਹੈ, ਬਲ ਉਹਦੇ ਕੋਲ ਹੈ, ਤਾਕਤ ਉਹਦੇ ਕੋਲ ਹੈ। ਉਹ ਕਿਸੇ ਦੇ ਕੋਲੋਂ ਪੁੱਛਦਾ ਨਹੀਂ ਹੈ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਪੁੱਛ ਨਾ ਲੇਵੈ ਦੇ। ਨਾ ਉਹ ਪੁੱਛ ਕੇ ਕਿਸੇ ਨੂੰ ਬਣਾਉਂਦਾ ਹੈ, ਨਾ ਉਹ ਪੁੱਛ ਕੇ ਕਿਸੇ ਨੂੰ ਢਾਉਂਦਾ ਹੈ, ਨਾ ਪੁੱਛ ਕੇ ਕਿਸੇ ਦੇ ਕੋਲੋਂ ਕੁਝ ਲੈਂਦਾ ਹੈ ਅਤੇ ਨਾ ਹੀ ਉਹ ਦੇਣ ਲੱਗਿਆਂ ਕਿਸੇ ਤੋਂ ਪੁੱਛਦਾ ਹੈ। ਕਿਉਂਕਿ ਉਹ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ। ਜੋ ਚਾਹਵੇ ਆਪਣੀ ਮਰਜ਼ੀ ਨਾਲ ਉਹ ਸੁਤੰਤਰ ਹੈ, ਕਰ ਸਕਦਾ ਹੈ। ਐਸੀ ਉਹਦੇ ਵਿੱਚ ਸਮਰੱਥਾ ਹੈ, ਐਸਾ ਉਹਦੇ ਵਿੱਚ ਬਲ ਹੈ। ਅਗਲਾ ਬਚਨ ਮਹਾਰਾਜ ਵਰਤਦੇ ਕਹਿਣ ਲੱਗੇ ਕਰਾਵਨਹਾਰ। ਫਿਰ ਜਿਹੜਾ ਕੰਮ ਉਹ ਕਿਸੇ ਤੋਂ ਕਰਾਉਣਾ ਚਾਹਵੇ ਤੇ ਉਹਦੇ ਸਿਰ ਤੇ ਮਿਹਰ ਦਾ ਹੱਥ ਰੱਖ ਦੇਵੇ, ਥਾਪੜਾ ਦੇ ਦੇਵੇ ਤੇ ਉਹ ਕੰਮ ਕਰਵਾਉਣ ਦੀ ਵੀ ਸਮਰੱਥਾ ਰੱਖਦਾ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। ਸਿਰ ਉੱਪਰ ਹੋਣ ਤੋਂ ਭਾਵ ਇਹ ਹੈ ਵੀ ਜਿਹਦੇ ਉੱਪਰ ਤੁਸੀਂ ਬਖਸ਼ਿਸ਼ ਕਰ ਦੇਵੋ, ਜਿਹਦੇ ਤੇ ਤੁਸੀਂ ਮਿਹਰ ਦਾ ਹੱਥ ਰੱਖ ਦੇਵੋ ਨਾ, ਤੇ ਮਹਾਰਾਜ ਉਹਨੂੰ ਇੰਨਾ ਤਾਕਤਵਰ ਬਣਾ ਦਿੰਦੇ ਹੋ ਕਿ ਉਹ ਤੁਹਾਡਾ ਸੇਵਕ, ਤੁਹਾਡਾ ਭਗਤ ਉਸ ਕਾਰਜ ਨੂੰ ਕਰਨ ਦੀ ਸਮਰੱਥਾ ਰੱਖਦਾ, ਬਲ ਰੱਖਦਾ। ਐਸੀ ਤਾਕਤ ਆਪ ਜੀ ਬਖਸ਼ਿਸ਼ ਕਰਦੇ ਹੋ। ਸਾਡੇ ਸਾਹਮਣੇ ਕਈ ਸਾਖੀਆਂ, ਕਈ ਉਦਾਹਰਨਾਂ ਐਸੀਆਂ ਨੇ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਮਹਾਨ ਭਿਆਨਕ ਜੰਗ ਹੋਇਆ ਤੇ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਕਰਾਉਣ ਦੀ ਸਮਰੱਥਾ ਰੱਖਦੇ ਨਾ, ਆਪਣੇ ਸਿੱਖਾਂ ਨੂੰ ਥਾਪੜਾ ਦਿੰਦੇ, ਸਿੰਘਾਂ ਨੂੰ ਮਹਾਰਾਜ। ਤੇ ਪਾਤਸ਼ਾਹ ਜੀਆਂ ਦਾ ਕੱਲਾ ਕੱਲਾ ਸਿੱਖ ਹਜ਼ਾਰਾਂ ਦੇ ਨਾਲ, ਲੱਖਾਂ ਦੇ ਨਾਲ ਜੰਗ ਕਰਦਾ ਪਿਆ। ਆਪਾਂ ਆਮ ਤੌਰ 'ਤੇ ਸੰਸਾਰੀ ਲੋਕਾਂ ਦੇ ਵੱਲ ਵੇਖੀਏ, ਸੰਸਾਰੀ ਬਿਰਤੀ ਦੇ ਨਾਲ ਸੋਚੀਏ, ਇੱਕ ਬੰਦਾ ਇੱਕ ਦੇ ਨਾਲ ਲੜ ਸਕਦਾ, ਦੋਵਾਂ ਨਾਲ ਲੜ ਸਕਦਾ, ਤਿੰਨਾਂ ਚੌਵਾਂ ਨਾਲ ਲੜ ਸਕੇਗਾ, ਪਰ ਐਡਾ ਵੱਡਾ ਇਕੱਠ ਜਿਹਦਾ ਇਕੱਠ ਲੱਖਾਂ ਦੀ ਗਿਣਤੀ ਵਿੱਚ ਹੈ, ਉੱਥੇ ਕੇਵਲ 40 ਸਿੱਖ ਮਹਾਰਾਜ ਜੀਆਂ ਦੇ ਕੋਈ ਬਹੁਤਾ ਵੱਡਾ ਮਾਇਨਾ ਨਹੀਂ ਰਖਾਉਂਦੇ। ਐਡੀ ਵੱਡੀ ਫੌਜ ਚਾਹਵੇ ਤੇ ਉਹਨਾਂ ਨੂੰ ਮਸਲ ਕੇ ਰੱਖ ਦੇਵੇ, ਪਰ ਮਹਾਰਾਜ ਦਾ ਥਾਪੜਾ ਉਹਨਾਂ ਸਿੱਖਾਂ ਦੇ ਉੱਪਰ ਇਹੋ ਜਿਹਾ, ਇੱਕ ਪਾਸੇ ਲੱਖਾਂ ਦੀ ਗਿਣਤੀ ਦੀ ਫੌਜ ਹੈ, ਇੱਕ ਪਾਸੇ ਭੁੱਖੇ ਤੇ ਪਿਆਸੇ, ਸ਼ਸਤਰਾਂ ਤੋਂ ਹੀਣੇ ਟੁੱਟੇ ਸ਼ਸਤਰਾਂ ਦੇ ਨਾਲ ਜਾਂ ਖੁੰਡੇ ਸ਼ਸਤਰਾਂ ਦੇ ਨਾਲ ਜੰਗ ਕਰਨ ਵਾਲੇ ਨੇ। ਪਰ ਪਾਤਸ਼ਾਹ ਕਹਿਣ ਲੱਗੇ ਧੰਨ ਦਸਵੇਂ ਪਾਤਸ਼ਾਹ ਇਹ ਸਮਰੱਥਾ ਰੱਖਦੇ ਨਾ ਆਪਣੇ ਸਿੱਖਾਂ ਨੂੰ ਬਲ ਦੇਣ ਦੀ, ਤਾਕਤ ਦੇਣ ਦੀ, ਉਹ ਕਰਾਉਣ ਦੀ ਸਮਰੱਥਾ ਰੱਖਦੇ ਨੇ। ਚਾਹੁਣ ਤੇ ਕੀ ਨਹੀਂ ਕਰਵਾ ਸਕਦੇ। ਪਾਤਸ਼ਾਹ ਨੇ ਫਿਰ ਥਾਪੜੇ ਬਖਸ਼ਿਸ਼ ਕੀਤੇ ਉਹਨਾਂ ਸਿੱਖਾਂ ਨੂੰ ਤੇ ਉਹਨਾਂ ਸਿੱਖਾਂ ਨੇ, ਸਿੰਘਾਂ ਨੇ ਫਿਰ ਇਹੋ ਜਿਹਾ ਭਿਆਨਕ ਜੰਗ ਲੜਿਆ। ਦੁਨੀਆ ਦੇ ਜਿੰਨੇ ਮਰਜ਼ੀ ਇਤਿਹਾਸ ਪੜ੍ਹ ਕੇ ਵੇਖ ਲਈਏ, ਕਿਸੇ ਇਤਿਹਾਸ ਵਿੱਚੋਂ ਇਹ ਬਚਨ ਨਹੀਂ ਮਿਲੇਗਾ ਵੀ ਇੱਕ ਪਾਸੇ 40 ਤੇ ਇੱਕ ਪਾਸੇ ਲੱਖਾਂ ਦੀ ਗਿਣਤੀ ਵਿੱਚ ਫੌਜ ਹੋਵੇ ਤੇ ਉਹਨਾਂ ਨੇ ਇੱਕ ਦੂਜੇ ਦਾ ਮੁਕਾਬਲਾ ਕੀਤਾ ਹੋਵੇ। ਦੁਨੀਆ ਦੀ ਕੋਈ ਹਿਸਟਰੀ ਇਸ ਗੱਲ ਦੀ ਗਵਾਹੀ ਨਹੀਂ ਭਰਦੀ ਹੈ। ਭਾਵੇਂ ਕੋਈ ਕਿੱਡੀ ਵੀ ਮਾਰਸ਼ਲ ਕੌਮ ਹੈ, ਆਪਣੇ ਆਪ ਨੂੰ ਸਮਝਦੇ ਵੀ ਅਸੀਂ ਬਹੁਤ ਗੁਰੀਲਾ ਜੰਗ ਕਰਨਾ ਜਾਣਦੇ ਹਾਂ, ਸਾਡੇ ਕੋਲ ਜੰਗ ਦਾ ਬੜਾ ਪੈਂਤੜਾ, ਸਾਡੇ ਕੋਲ ਬੜੇ ਆਧੁਨਿਕ ਹਥਿਆਰ ਨੇ,
पर जिहड़ा जंग 10वें पातशाह ने अपने सिखां कोलों करवाया, दुनिया का कोई रहबर ਜਾਂ ਦੁਨੀਆ ਦਾ ਕੋਈ ਰਾਜਾ ਇਹੋ ਜਿਹਾ ਜੰਗ ਨਹੀਂ ਕਰਵਾ ਸਕਿਆ। ਅਤੇ ਇੰਨੀ ਗਿਣਤੀ ਵਿੱਚ ਘੱਟ ਸਤਿਗੁਰਾਂ ਦੇ ਸਿੱਖ ਨੇ ਤੇ ਦੁਸ਼ਮਣ ਦੀ ਗਿਣਤੀ ਲੱਖਾਂ ਦੇ ਵਿੱਚ ਹੈ, ਪਰ ਫਿਰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਐਸੀਆਂ ਤਾਕਤਾਂ ਬਖਸ਼ੀਆਂ ਤੇ ਬਚਨ ਆਖੇ 1.25 लाख से एक लड़ाऊं, चिड़ियों कोलों बाज तड़ाऊं, तबै गोबिंद सिंह नाम कहाऊं। ये बचन उन्होंने ਜਿਹੜੇ ਉਹ ਪਾਤਸ਼ਾਹ ਜੀ ਨੇ ਕਰਕੇ ਪੂਰੇ ਵਿਖਾਏ। महाराज कहन लगे करन करावन, सतगुरु आप भी चाहण ते कर सकते। जे महाराज आप हत्थ ਵਿੱਚ तीर कमान ਲੈ ਲੈਂਦੇ ਤੇ ਇੱਕ ਛਿਣ ਦੇ ਵਿੱਚ ਹੀ ਸਾਰਿਆਂ ਦਾ ਸਫਾਇਆ ਕਰਨ ਦੀ ਸਮਰੱਥਾ ਰੱਖਦੇ। ਪਰ ਜੇ ਮਹਾਰਾਜ ਨੇ ਚਾਹਿਆ ਵੀ ਇਹ ਵਡਿਆਈ ਅਸੀਂ ਸਿੱਖਾਂ ਨੂੰ ਦੇਣੀ ਹੈ ਤੇ ਪਾਤਸ਼ਾਹ ਜੀਆਂ ਨੇ ਉਹ ਵਡਿਆਈ ਬਖਸ਼ਿਸ਼ ਕਰਕੇ ਵੀ ਵਿਖਾਈ। ਅੱਜ ਸੰਸਾਰ ਦੇ ਵਿੱਚ ਜੇ ਸਿੱਖ ਦਾ ਮਾਣ ਹੁੰਦਾ, ਸਤਿਕਾਰ ਹੁੰਦਾ, ਜੇ ਸੰਸਾਰ ਸਾਰੇ ਦੇ ਉੱਪਰ ਇਹ ਗੱਲ ਜਾਣੀ ਜਾਂਦੀ ਹੈ ਵੀ ਸਿੱਖ ਇੱਕ ਬਹਾਦਰ ਕੌਮ ਹੈ, ਉਹ ਤਾਂ ਜਾਣੀ ਜਾਂਦੀ ਹੈ ਕਿਉਂਕਿ 10ਵੇਂ ਪਾਤਸ਼ਾਹ ਨੇ ਬਹਾਦਰੀ ਦਾ ਥਾਪੜਾ ਆਪ ਬਖਸ਼ਿਸ਼ ਕੀਤਾ। ਆਪ ਆਪਣੇ ਸਿੱਖਾਂ ਨੂੰ ਆਖਿਆ ਤੁਸੀਂ ਜੰਗ ਲੜੋ, ਅਸੀਂ ਤੁਹਾਡੇ ਕੋਲੋਂ ਜੰਗ ਲੜਾਵਾਂਗੇ ਬਖਸ਼ਿਸ਼ ਕਰਕੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਇਹ ਨਾ ਕਵੇ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਸਭ ਕੁਝ ਕਰ ਸਕਦੇ ਸਨ, ਉਹਨਾਂ ਦੀ ਕੌਮ, ਉਹਨਾਂ ਦਾ ਖਾਲਸਾ ਕੁਝ ਨਹੀਂ ਕਰ ਸਕਦਾ। मैं सारे काम अपने खालसे कोलों करवावांगा। दुनिया ये तो कहेगी भी धन गुरु गोबिंद सिंह महाराज समर्थ ने, जो चाहण वो कर सकते ने, पर ये भी नाल कहणगे कि महाराज का खालसा भी भाई समर्थ है। ऐसी बहादुर कौम उन्होंने पैदा की है, लखां की गिनती विच वेख के डरे नहीं, भजे नहीं, सगों जंग का मुकाबला करके दुश्मन के दंद खट्टे किए। दुनिया दे विच आउण वालियां सदियां विच सिख दा मान सन्मान बनिया रहेगा ते सिख नूं एक बहादुर कौम जान के, बहादुर सूरमा जान के ये नवाजिया जाएगा। ऐसी दात महाराज ने बख्शिश करने वास्ते तां उन्हां सिखां नूं थापड़े दे के तोरिया जाओ, तुसीं जाके जंग लड़ो, गुरमुखो शहीदी ते होनी है, अज नहीं तो कल दुनिया तो जाना तो जरूर है, पर जे ऐसी बहादरी करके जाओगे तुसी भी अमर हो जाओगे, तुहाडा इतिहास भी अमर हो जाएगा। तुहाडे इतिहास नूं पढ़न वाले भी जिहड़े ने आशिकार उठणगे भी ऐसी कौम महाराज ने पैदा की है। गुरु अर्जन देव महाराज फरमाउंदे पे, कहन लगे सतगुरु गोबिंद सिंह पातशाह जी ऐसे समर्थ ने, करन करावन, जो चाहण वो आप भी कर सकते, जो चाहण वो करवा भी सकते। अपने सिखां नूं बल दे के कीड़ा थाप दे पात साही, लश्कर करे सुवाह। ये गुरबाणी का महावाक है। एक पासे लखां की गिनती विच लश्कर आ गया, लश्कर फौज नूं कहिंदे, एक पासे लखां की गिनती विच फौज इकट्ठी होके आ गई है, एक पासे कीड़े दे वांग बिल्कुल विचारा नताना ते बल तो हीना व्यक्ति है। महाराज कहन लगे जे परमात्मा उस बल तो हीने कमज़ोर व्यक्ति दे विच भी जे अपनी ताकत बख्शिश कर देन तो वह कीड़ियां दे वांग कमज़ोर व्यक्ति जिहड़ा है लश्कर करे सुवाह, वड्डी फौज नूं सुआह करन दी समर्था रखदा है, सुआह करके तख्त ते बैठण दी समर्था रखदा है। पर यह हुंदा किवें है, जे सतगुरु कृपा कर देन, जे महाराज रहमत कर देन, ये दातां प्राप्त हो जांदियां। जे को होवे दुबला, नंग भुख की पीड़, दमड़ा पल्ले ना पवै, ना को देवै धीर, स्वार्थ सुआओ ना को करै, ना तिस होवै काज, चित आवै तिस पार ब्रह्म, तां निश्चल होवै राज। ये गुरबाणी दे महावाक ने। सतगुरां नूं जिन्हें चेते कर लिया, जिन्हां दे उपर थापड़ा महाराज दा हो गया, महाराज कहन लगे वो भावें नंगा है, भावें भुखड़ा है, भावें दुबला कहिए कमज़ोर है, खाण वास्ते प्रशादा नहीं, पहनण वास्ते वस्त्र कोल नहीं, ऐसी विपता दा मारिया होया। पर जे महाराज दी सवली नज़र हो जावे ना तो वह व्यक्ति जिहड़ा राजा बन सकदा, तख्त ते बैठ सकदा है। पर यह हुंदा तां है जे सतगुरु आप चाहण ते। सो ऐसी समर्था महाराज रखदे। गुरु नानक देव पातशाह महाराज जियां दे जीवन काल दा इतिहास पढ़ीए तो पातशाह जी जदों एक खेत में जाके बैठे, साखी आपां सरवण की है, एक बालक ने आके महाराज नूं कच्चे चने छकाउण दी सेवा की ते महाराज जी ने आख्या तू बादशाह होवेगा। ऐसी समर्था है महाराज जियां दे विच कि एक रात नूं जिहड़ा राखा है जमीन दा,
ਰਾਖੇ ਨੂੰ ਕਹਿ ਦਿੱਤਾ ਤੂੰ ਬਾਦਸ਼ਾਹ ਬਣੇਗਾ। ਇਹ ਸਮਰੱਥਾ ਹੈ ਮਹਾਰਾਜ ਜੀਆਂ ਦੀ, ਜੋ ਚਾਹੁਣ ਉਹ ਕਰ ਸਕਦੇ, ਜੋ ਚਾਹੁਣ ਉਹ ਕਰਾ ਸਕਦੇ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਰਹਿਮਤ ਕੀਤੀ ਹੈ, ਖਾਲਸੇ ਨੂੰ ਲੱਖਾਂ ਦੇ ਨਾਲ ਲੜਾਇਆ। ਇਹ ਕਿਰਪਾ ਕੀਤੀ ਹੈ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ, ਜਦੋਂ ਮਹਾਰਾਜ ਜੀ ਮਹਾਰਾਜ ਦੀ ਧਰਤੀ ਦਾ ਜੰਗ ਲੜਦੇ ਪਏ ਅਤੇ ਉਸ ਫੌਜ ਦੇ ਵਿੱਚ ਜਿਹੜੀ ਕਿ ਲਾਹੌਰ ਤੋਂ ਚੱਲ ਕੇ ਆਈ ਹੈ, ਇੱਕ ਸੂਈਆ ਆਇਆ ਮਹਾਰਾਜ ਦੀ ਫੌਜ ਦਾ ਭੇਦ ਲੈਣ ਵਾਸਤੇ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਸਤਿਗੁਰਾਂ ਦਾ ਦੀਵਾਨਾ ਹੋ ਗਿਆ, ਪ੍ਰੇਮੀ ਬਣ ਗਿਆ, ਆਇਆ ਤੇ ਭੇਦ ਲੈਣ ਵਾਸਤੇ ਸਤਿਗੁਰਾਂ ਨੂੰ ਸਾਰਾ ਭੇਦ ਹੀ ਦੱਸ ਗਿਆ। ਕਹਿਣ ਲੱਗਾ ਮਹਾਰਾਜ ਇੰਨੀ ਗਿਣਤੀ ਵਿੱਚ ਫੌਜ ਹੈ, ਇੰਨੇ ਲੜਨ ਵਾਲੇ, ਇੰਨੇ ਪ੍ਰਸ਼ਾਦਾ ਬਣਾਉਣ ਵਾਲੇ, ਇੰਨੇ ਹਾਥੀ, ਇੰਨੇ ਘੋੜੇ, ਸਾਰਾ ਕੁਝ ਹੀ ਦੱਸ ਦਿੱਤਾ। ਮਹਾਰਾਜ ਇਸ ਤਰ੍ਹਾਂ ਦਾ ਭੋਜਨ ਖਾਂਦੇ, ਇਸ ਵੇਲੇ ਸੌਂਦੇ, ਇਸ ਵੇਲੇ ਉੱਠਦੇ। ਤੇ ਜਦੋਂ ਜੰਗ ਹੋਇਆ ਨਾ ਮਹਾਰਾਜ ਦਾ, ਸਾਰੇ ਮਾਰੇ ਗਏ। ਜਿੰਨੇ ਲਾਹੌਰ ਤੋਂ ਫੌਜ ਚੜ੍ਹ ਕੇ ਆਈ ਕੋਈ ਨਹੀਂ ਬਚਿਆ ਤੇ ਸੂਈਆ ਬਚਿਆ। ਤੇ ਮਹਾਰਾਜ ਨੇ ਇਹਦੀ ਸੇਵਾ ਵੇਖ ਕੇ ਕਹਿਣ ਲੱਗੇ ਨੌਕਰੀ ਤੇ ਤੇਰੀ ਸੂਈਏ ਦੀ ਹੈ, ਖਬਰ ਲੈਣੀ, CID ਲੈਣੀ, ਪਰ ਤੂੰ ਸੇਵਾ ਕੀਤੀ ਭਾਵਨਾ ਦੇ ਨਾਲ, ਤੂੰ ਕਾਬਲ ਦਾ ਸੂਬੇਦਾਰ ਬਣੇਗਾ। ਮਹਾਰਾਜ ਦੇ ਬਚਨ ਐਸੇ ਮੁਖੋਂ ਨਿਕਲੇ। ਜਦੋਂ ਵਾਪਸ ਗਿਆ ਨਾ ਲਾਹੌਰ, ਜਾ ਕੇ ਸ਼ਾਹਜਹਾਨ ਨੂੰ ਦੱਸਿਆ ਵੀ ਤੇਰੇ ਜਰਨੈਲਾਂ ਨੇ ਗਲਤੀ ਨਾਲ ਸਾਰੀ ਫੌਜ ਮਰਵਾ ਲਈ ਹੈ। ਤੇ ਬਾਦਸ਼ਾਹ ਸ਼ਾਹਜਹਾਨ ਇਹਦੀ ਮੱਤ ਨੂੰ ਵੇਖ ਕੇ ਕਹਿਣ ਲੱਗਾ ਜਿਹੜਾ ਕਾਬਲ ਦਾ ਸੂਬੇਦਾਰ ਮਰਿਆ ਉਹਦੀ ਥਾਂ ਤੇ ਇਹਨੂੰ ਸੂਬੇਦਾਰ ਬਣਾ ਦਿਓ। ਉਹ ਸੂਬੇਦਾਰ ਬਣ ਗਿਆ। ਐਸੀ ਮਹਾਰਾਜ ਸਮਰੱਥਾ ਰੱਖਦੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ, ਜੋ ਚਾਹੁਣ ਉਹ ਕਰ ਸਕਦੇ, ਜੋ ਚਾਹੁਣ ਉਹ ਕਰਵਾ ਵੀ ਸਕਦੇ। ਗਰੀਬਾਂ ਨੂੰ ਰਾਜ ਬਖਸ਼ਿਸ਼ ਕਰਨ ਦੀ ਤਾਕਤ ਰੱਖਦੇ ਮਹਾਰਾਜ। ਸੋ ਨਿਮਾਣਿਆਂ ਤੇ ਨਤਾਣਿਆਂ ਨੂੰ ਮਾਣ ਬਖਸ਼ਿਸ਼ ਕਰਨਾ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਰੱਥਾ ਰੱਖਦੇ ਆਪਣੇ ਕੋਲ। ਇੱਥੇ ਮਹਾਰਾਜ ਕਹਿਣ ਲੱਗੇ ਕਰਨ ਕਰਾਵਨ, ਜੋ ਸਤਿਗੁਰੂ ਕਰਨਾ ਚਾਹੁਣ ਉਹ ਕਰ ਸਕਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਇਹ ਬਚਨ ਤੇ ਭਰੋਸਾ ਰੱਖੋ। ਜੋ ਸਤਿਗੁਰੂ ਕਰਾਉਣਾ ਚਾਹਣ ਉਹ ਵੀ ਕਰ ਸਕਦੇ। ਜਿਹਦੇ ਤੇ ਮਰਜ਼ੀ ਥਾਪੜਾ ਦੇ ਕੇ ਜੋ ਮਰਜ਼ੀ ਕਿਸੇ ਨੂੰ ਰਾਜਾ ਬਣਾ ਦੇਣ, ਕਿਸੇ ਨੂੰ ਸੂਬੇਦਾਰ ਬਣਾ ਦੇਣ, ਕਿਸੇ ਨੂੰ ਚਮਕੌਰ ਦੀ ਗੜੀ ਦੇ ਵਿੱਚ ਲੱਖਾਂ ਦੀ ਫੌਜ ਦੇ ਨਾਲ ਲੜਾ ਦੇਣ। ਐਸੀ ਸਮਰੱਥਾ ਅੰਤਰਜਾਮੀ ਸਤਿਗੁਰੂ ਪਰਮਾਤਮਾ ਐਸੀ ਸਮਰੱਥਾ ਰੱਖਦੇ ਹਨ। ਕਰਨ ਕਰਾਵਨ ਹਰਿ ਅੰਤਰਜਾਮੀ, ਜਾਣੇ ਆਪਣੇ ਕੀ ਰਾਖੈ। ਆਪਣੇ ਜਨ ਦੀ ਇੱਜ਼ਤ ਵੀ ਰੱਖ ਲੈਂਦੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਪੈਜ ਨਾਮ ਗੁਰਮੁਖੋ ਇੱਜ਼ਤ ਦਾ ਹੈ। ਜੇ ਉਹ ਭਗਤਾਂ ਨੂੰ ਪੈਦਾ ਕਰਦਾ, ਆਪਣੇ ਭਗਤਾਂ ਦੀ ਇੱਜ਼ਤ ਵੀ ਰੱਖਦਾ, ਕਿਉਂਕਿ ਭਗਤ ਉਹਦਾ ਕੰਮ ਕਰਨ ਵਾਸਤੇ ਆਉਂਦੇ। ਭਗਤ ਆ ਕੇ ਦੁਨੀਆ ਵਿੱਚ ਸੰਦੇਸ਼ ਦਿੰਦੇ ਨੇ, ਨਾਮ ਜਪੋ ਭਾਈ, ਅਸੀਂ ਨਾਮ ਜਪਿਆ ਸਾਡਾ ਭਲਾ ਹੋਇਆ, ਤੁਸੀਂ ਵੀ ਨਾਮ ਜਪੋਗੇ ਤੁਹਾਡਾ ਵੀ ਭਲਾ ਹੋਵੇਗਾ। ਉਹ ਭਗਤ ਜਿਹੜੇ ਨੇ ਇਹ ਸੰਦੇਸ਼ ਦੇਣ ਵਾਸਤੇ ਆਉਂਦੇ, ਸੁਨੇਹਾ ਦੇਣ ਵਾਸਤੇ, ਭਗਤੀ ਵਿੱਚ ਲਾਉਣ ਵਾਸਤੇ ਆਉਂਦੇ। ਫਿਰ ਐਸੇ ਭਗਤਾਂ ਦੀ ਉਹ ਇੱਜ਼ਤ ਆਪ ਰੱਖਦਾ ਹੈ ਕਿ ਇਸ ਨੇ ਮੇਰੇ ਨਾਮ ਦਾ ਪ੍ਰਚਾਰ ਕੀਤਾ, ਇਸ ਨੇ ਮੇਰੇ ਨਾਮ ਦੀ ਮਹਿਮਾ ਬਣਾਈ ਹੈ। ਫਿਰ ਆਪਣੇ ਭਗਤਾਂ ਦੀ ਇੱਜ਼ਤ ਉਹ ਸਾਰਿਆਂ ਯੁੱਗਾਂ ਵਿੱਚ ਹੀ ਰੱਖਦਾ ਹੈ। ਉਹ ਇਹ ਨਹੀਂ ਕਹਿੰਦਾ ਵੀ ਇਸ ਯੁੱਗ ਦੇ ਵਿੱਚ ਮੇਰੀ ਸਮਰੱਥਾ ਨਹੀਂ ਹੈ। ਯੁੱਗ ਕੋਈ ਵੀ ਹੋਵੇ, ਜਿਵੇਂ ਕਸ਼ਮੀਰ ਦੇ ਪੰਡਤ ਚਲੇ ਗਏ ਨਾ ਅਮਰਨਾਥ ਗੁਫਾ ਤੇ, ਕਹਿਣ ਲੱਗੇ ਉਹ ਰੰਗਜੀਤ ਧਰਮ ਖਤਮ ਕਰਦਾ ਪਿਆ, ਸਾਡੀ ਰੱਖਿਆ ਹੋਵੇ। ਜੋ ਉੱਥੋਂ ਸੁਨੇਹਾ ਇਹ ਮਿਲਿਆ, ਅਸੀਂ ਨਹੀਂ ਸਮਰੱਥਾ ਕਰ ਸਕਦੇ, ਅਸੀਂ ਨਹੀਂ ਰੱਖਿਆ ਕਰ ਸਕਦੇ। ਜੇ ਰੱਖਿਆ ਕਰ ਸਕਦੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਘਰ ਰੱਖਿਆ ਕਰ ਸਕਦਾ। ਤੇ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਾ ਪਿਆ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਕੋਲ, ਤੇ ਸਤਿਗੁਰਾਂ ਨੇ ਉਹਨਾਂ ਦੇ ਧਰਮ ਦੀ ਰੱਖਿਆ ਕੀਤੀ, ਆਪਣੇ ਸਰੀਰ ਦੀ ਕੁਰਬਾਨੀ ਦੇ ਕੇ। ਇੱਥੇ ਬਚਨ ਆ ਗਿਆ ਹੈ, ਸਤਿਗੁਰੂ ਐਸੇ ਨੇ, ਉਹ ਇਹ ਨਹੀਂ ਕਹਿੰਦੇ ਵੀ ਹੁਣ ਕਲਯੁਗ ਆ ਗਿਆ ਜਾਂ ਦੁਆਪਰ ਯੁੱਗ ਆ ਗਿਆ, ਹੁਣ ਤੇਰੀ ਰੱਖਿਆ ਨਹੀਂ ਹੋਵੇਗੀ, ਤੇਰੀ ਇੱਜ਼ਤ ਨਹੀਂ ਰੱਖਾਂਗੇ। ਨਹੀਂ, ਮਹਾਰਾਜ ਕਹਿਣ ਲੱਗੇ ਜਨ ਆਪਣੇ ਕੀ ਰੱਖੈ, ਆਪਣੇ ਜਨਾਂ ਦੀ ਭਗਤਾਂ ਦੀ ਇੱਜ਼ਤ ਹਰੇਕ ਯੁੱਗ ਦੇ ਵਿੱਚ, ਹਰੇਕ ਸਮੇਂ ਦੇ ਵਿੱਚ ਸਤਿਗੁਰੂ ਪਰਮਾਤਮਾ ਰੱਖਦੇ ਹਨ। ਜੈ ਜੈਕਾਰ ਹੋਤ ਜਗ ਭੀਤਰ, ਇਸ ਸੰਸਾਰ ਦੇ ਵਿੱਚ ਜੈ ਜੈਕਾਰ ਕਰਾਉਂਦੇ। ਇੱਥੇ ਵੀ ਵਡਿਆਈ ਮਿਲਦੀ ਹੈ, ਧੰਨ ਧੰਨ ਹੁੰਦੀ ਹੈ। ਇੱਥੇ ਵੀ ਉਹਨਾਂ ਦੇ ਨਾਮ ਦੇ ਨਾਅਰੇ ਲੱਗਦੇ, ਉਹਨਾਂ ਨੂੰ ਸਲਾਮ ਹੁੰਦੀ ਹੈ, ਉਹਨਾਂ ਨੂੰ ਸਲੂਟ ਵੱਜਦੇ ਨੇ। ਕਹਿਣ ਲੱਗੇ ਸੰਸਾਰ ਵਿੱਚ ਵੀ ਜੈ ਜੈਕਾਰ ਭਗਤਾਂ ਦੀ। ਵੱਡੇ ਵੱਡੇ ਦੁਨੀਆ ਦੇ ਅਫਸਰ, ਵੱਡੇ ਵੱਡੇ ਦੁਨੀਆ ਦੇ ਲੀਡਰ, ਜਿਹੜੇ ਮੰਤਰੀ ਨੇ, ਰਾਜੇ ਨੇ, ਉਹ ਵੀ ਉਹਨਾਂ ਦੇ ਚਰਨਾਂ ਤੇ ਆ ਕੇ ਝੁਕਦੇ, ਮੱਥਾ ਟੇਕਦੇ, ਨਮਸਕਾਰਾਂ ਕਰਦੇ। ਆਪਣੇ ਭਗਤਾਂ ਦੀ ਇੱਥੇ ਵੀ ਉਹ ਜੈ ਜੈਕਾਰ ਕਰਾਉਂਦਾ ਹੈ। ਸ਼ਬਦ ਗੁਰੂ ਰਸ ਚਾਖੈ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਨਾਲ ਸ਼ਬਦ ਨੂੰ ਜਪਿਆ, ਨਾਮ ਨੂੰ ਜਪਿਆ,
ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ ਉਹ ਫਿਰ ਨਾਮ ਅੰਮ੍ਰਿਤ ਨੂੰ ਚੱਖਦੇ ਨੇ। ਜਿਵੇਂ ਆਪਾਂ ਤਲੀ ਤੇ ਕੋਈ ਚੀਜ਼ ਸ਼ਹਿਦ ਰੱਖ ਕੇ ਤੇ ਚੱਟੀਦਾ ਨਾ ਜ਼ੁਬਾਨ ਦੇ ਨਾਲ, ਤੇ ਸਾਨੂੰ ਸਵਾਦ ਆਉਂਦਾ, ਆਨੰਦ ਆਉਂਦਾ। ਕਹਿਣ ਲੱਗੇ ਗੁਰਮੁਖ ਜਿਹੜੇ ਨਾਮ ਜਪਣ ਵਾਲੇ, ਉਹਨਾਂ ਨੂੰ ਫਿਰ ਭਾਈ ਐਸਾ ਆਨੰਦ ਰਸ ਆਉਣ ਲੱਗ ਪੈਂਦਾ, ਉਹ ਸ਼ਬਦ ਗੁਰੂ ਦੇ ਰਸ ਨੂੰ ਚੱਖਦੇ ਨੇ, ਵਾਰ-ਵਾਰ ਛਕਦੇ ਨੇ, ਵਾਰ-ਵਾਰ ਉਹਦੀ ਬਾਣੀ ਨੂੰ ਪੜ੍ਹਦੇ ਨੇ, ਹੋਰ ਤੋਂ ਹੋਰ ਆਨੰਦ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਪ੍ਰਭ ਜੀ ਤੇਰੀ ਓਟ ਗੁਸਾਈ, ਐ ਗੁਸਾਈ ਮਾਲਕ ਪ੍ਰਮਾਤਮਾ, ਮੈਨੂੰ ਤੇ ਕੇਵਲ ਇੱਕ ਤੇਰੀ ਓਟ ਹੈ, ਮੈਨੂੰ ਤੇ ਇੱਕ ਤੇਰਾ ਆਸਰਾ। ਦੁਨੀਆ ਵਿੱਚ ਆਸਰੇ ਤੇ ਬੜੇ ਨੇ, ਮਾਤਾ ਦਾ, ਪਿਤਾ ਦਾ, ਭੈਣਾਂ ਭਰਾਵਾਂ ਦਾ, ਰਿਸ਼ਤੇਦਾਰਾਂ ਦਾ, ਦੇਸ਼ ਦੇ ਰਾਜੇ ਦਾ, ਜਾਂ ਦੇਵੀ ਦੇਵਤਿਆਂ ਦਾ ਵੀ ਲੋਕਾਂ ਨੇ ਆਸਰਾ ਲਿਆ ਹੋਇਆ। ਪਰ ਪ੍ਰਮਾਤਮਾ ਮੈਨੂੰ ਤੇਰੇ ਬਿਨਾਂ ਕਿਸੇ ਦਾ ਆਸਰਾ ਨਹੀਂ। ਮੈਂ ਨਹੀਂ ਮੰਨਦਾ ਵੀ ਤੇਰੇ ਬਿਨਾਂ ਕੋਈ ਕੁਝ ਕਰ ਸਕਦਾ ਹੈ, ਤੇਰੇ ਬਿਨਾਂ ਕੋਈ ਰਿਸ਼ਤੇਦਾਰ ਮਦਦ ਨਹੀਂ ਕਰ ਸਕਦਾ, ਇੱਕ ਤੂੰ ਐਸਾ ਹੈ ਜਿਹੜਾ ਕਰ ਸਕਦਾ। ਹੁਣ ਆਪਾਂ ਇਹ ਸਾਖੀ ਕਈ ਵਾਰੀ ਸਰਵਣ ਕਰਦੇ ਹਾਂ, ਪ੍ਰਹਿਲਾਦ ਤੇ ਹਰਨਾਕਸ਼ ਦੀ ਦੁਸ਼ਮਣੀ ਪੈ ਗਈ, ਪਿਓ ਪੁੱਤਰ ਨੇ। ਕੋਈ ਵੀ ਰਿਸ਼ਤੇਦਾਰ ਪ੍ਰਹਿਲਾਦ ਨੂੰ ਬਚਾਉਣ ਵਾਸਤੇ ਅੱਗੇ ਨਹੀਂ ਹੋਇਆ, ਨਾ ਕੋਈ ਮਾਮਾ, ਨਾ ਕੋਈ ਚਾਚਾ। ਇੱਥੋਂ ਤੱਕ ਜਿਸ ਮਾਂ ਨੇ ਜਨਮ ਦਿੱਤਾ ਉਹਨੇ ਵੀ ਹੱਥ ਖੜੇ ਕਰ ਦਿੱਤੇ ਵੀ ਮੈਂ ਤੈਨੂੰ ਤੇਰੇ ਪਿਤਾ ਤੋਂ ਬਚਾ ਨਹੀਂ ਸਕਦੀ, ਉਹ ਜੋ ਚਾਹੇਗਾ ਉਹਨੇ ਆਪਣੀ ਮਰਜ਼ੀ ਕਰਨੀ ਹੈ। ਕਹਿਣ ਲੱਗੇ ਕਿ ਦੁਨੀਆ ਦੀ ਕੋਈ ਰਿਸ਼ਤੇਦਾਰੀ, ਦੁਨੀਆ ਦਾ ਕੋਈ ਦੋਸਤ ਮਿੱਤਰ, ਜਾਂ ਇਸ ਤਰ੍ਹਾਂ ਕਹਿ ਲਈਏ ਕੋਈ ਅਵਤਾਰ, ਕੋਈ ਦੇਵਤਾ ਤੇਰੀ ਰੱਖਿਆ ਨਹੀਂ ਕਰ ਸਕਦਾ। ਰੱਖਿਆ ਕਰ ਸਕਦਾ ਤੇ ਕੇਵਲ ਇੱਕ ਪਰਮਾਤਮਾ। ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾ ਹੈ। ਕੋਏ ਨਾ ਹੈ ਤੋਂ ਭਾਵ ਤਮਾਮ ਜਿੰਨੀ ਸ੍ਰਿਸ਼ਟੀ ਰਚੀ ਹੈ, ਜਿੰਨੀ ਦੁਨੀਆ ਬਣਾਈ ਹੈ, ਉਹ ਸਾਰੀ ਦੁਨੀਆ ਦੇ ਵਿੱਚੋਂ ਕੋਈ ਵੀ ਜਿੱਥੇ ਰੱਖਿਆ ਕਰਨ ਤੋਂ ਅਸਮਰੱਥ ਹੋ ਜਾਵੇ, ਉੱਥੇ ਇੱਕ ਪਰਮਾਤਮਾ ਇਹੋ ਜਿਹਾ ਜਿਹੜਾ ਰੱਖਿਆ ਕਰਨ ਦੀ ਸਮਰੱਥਾ ਰੱਖਦਾ ਹੈ। ਮਹਾਰਾਜ ਕਹਿਣ ਲੱਗੇ ਪ੍ਰਭ ਜੀ ਤੇਰੀ ਓਟ ਗੁਸਾਈ, ਐ ਗੁਸਾਈ ਪਰਮਾਤਮਾ ਇੱਕ ਤੇਰਾ ਹੀ ਆਸਰਾ। ਜਿਵੇਂ ਭਗਤ ਪ੍ਰਹਿਲਾਦ ਦੀ ਤੁਸੀਂ ਰੱਖਿਆ ਕੀਤੀ ਹੈ, ਮੇਰੀ ਵੀ ਉਸੇ ਤਰ੍ਹਾਂ ਆਪ ਜੀ ਬਖਸ਼ਿਸ਼ ਦੇ ਨਾਲ ਮੇਰੇ ਤੇ ਰਹਿਮਤ ਕਰਨਾ ਕਰੋ। ਤੂੰ ਸਮਰੱਥ ਸਰਨ ਕਾ ਦਾਤਾ, ਸਤਿਗੁਰੂ ਤੁਸੀਂ ਸਮਰੱਥ ਹੋ, ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਫਿਰ ਉਹਨਾਂ ਨੂੰ ਦਾਤਾਂ ਦੇਣ ਲੱਗਿਆਂ ਤੁਸੀਂ ਦੇਖਦੇ ਨਹੀਂ। ਉਹਨਾਂ ਨੂੰ ਦਾਤਾਂ ਦੇਣ ਲੱਗਿਆਂ ਇਹ ਨਹੀਂ ਸੋਚਦੇ ਵੀ ਆਹ ਦਾਤ ਦੇਣੀ ਹੈ ਜਾਂ ਨਹੀਂ ਦੇਣੀ ਹੈ। ਤੁਹਾਡੇ ਕੋਲ ਇੰਨੀਆਂ ਵੱਡੀਆਂ ਬਹੁਮੁੱਲੀਆਂ ਦਾਤਾਂ ਨੇ, ਜਿਹੜਾ ਤੁਹਾਡੀ ਸ਼ਰਨ ਵਿੱਚ ਆ ਜਾਂਦਾ ਉਹਨੂੰ ਦਾਤ ਦੇਣ ਲੱਗਿਆਂ ਝੱਟ ਹੀ ਆਪ ਜੀ ਬਖਸ਼ਿਸ਼ ਕਰ ਦਿੰਦੇ। ਵੱਡੀਆਂ ਵੱਡੀਆਂ ਦਾਤਾਂ ਦੇ ਨਾਲ ਆਪ ਜੀ ਨਵਾਜਦੇ ਹੋ। ਤੂੰ ਸਮਰੱਥ ਸਰਨ ਕਾ ਦਾਤਾ, ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲਾ, ਐਸੇ ਸਮਰੱਥ ਵੱਡੇ ਦਾਤੇ ਹੋ, ਵੱਡੀਆਂ ਦਾਤਾਂ ਦੇ ਨਾਲ ਆਪ ਜੀ ਨਵਾਜਦੇ ਹੋ। ਆਠ ਪੈਰ ਤੁਮ ਧਿਆਈ, ਇਸ ਕਰਕੇ ਅਠੇ ਪੈਰ ਕਹਿ ਲਈਏ 24 ਘੰਟੇ 24 ਘੰਟੇ 12 ਦਿਨ ਦੇ 12 ਰਾਤ ਦੇ ਮੈਂ 24 ਘੰਟੇ ਆਪ ਜੀ ਨੂੰ ਧਿਆਉਂਦਾ ਹਾਂ। ਜਾਂ ਮੈਨੂੰ ਇਹ ਸਮਰੱਥਾ ਦੇਵੋ ਕਿ ਮੈਂ 24 ਘੰਟੇ ਤੁਹਾਡੇ ਨਾਮ ਨੂੰ ਜਪਦਾ ਰਹਾਂ, ਸੁੱਤਿਆਂ ਵੀ ਅਤੇ ਜਾਗਦਿਆਂ ਵੀ। ਦਿਨ ਰਾਤੀਆਂ ਰੱਧ ਹੋ ਪਿਆਰੋ, ਦਿਨੇ ਰਾਤ ਮੈਂ ਰਾਧਦਾ ਰਵਾਂ, ਐਸੀ ਸਮਰੱਥਾ ਬਖਸ਼ਿਸ਼ ਕਰੋ। ਰਹਾਓ ਜੋ ਜਨ ਭਜਨ ਕਰੇ ਪ੍ਰਭ ਤੇਰਾ, ਜਿਹੜਾ ਕੋਈ ਗੁਰਮੁਖ ਤੇਰਾ ਭਜਨ ਕਰਦਾ, ਤੇਰਾ ਸਿਮਰਨ ਕਰਦਾ, ਤੇਰੇ ਨਾਮ ਨੂੰ ਜਪਦਾ, ਜੋ ਜਨ ਭਜਨ ਕਰੇ, ਜਿਹੜਾ ਕੋਈ ਗੁਰਮੁਖ ਭਜਨ ਕਰੇਗਾ ਨਾ, ਭਗਤੀ ਕਰੇਗਾ, ਨਾਮ ਜਪੇਗਾ, ਬਾਣੀ ਪੜ੍ਹੇਗਾ, ਤੇ ਪਾਤਸ਼ਾਹ ਫਰਮਾਉਂਦੇ ਹਨ ਕਿਸੇ ਅੰਦੇਸਾ ਨਹੀਂ, ਉਹਦੇ ਮਨ ਵਿੱਚ ਕੋਈ ਸੰਸਾ ਨਹੀਂ ਰਹਿ ਜਾਏਗਾ। ਸਾਡਾ ਮਨ ਤੇ ਸੰਸਿਆਂ ਦਾ ਭਰਿਆ ਹੋਇਆ, ਕਿਉਂਕਿ ਦੁਨੀਆ ਹੀ ਸੰਸਿਆਂ ਦੀ ਭਰੀ ਹੋਈ ਹੈ। ਇਹੋ ਸੰਸਾਰ ਵਿਕਾਰ ਸੰਸੇ ਮੈਂ, ਇਹ ਸਾਰੀ ਦੁਨੀਆ ਸੰਸਿਆਂ ਦੀ ਭਰੀ ਹੋਈ ਹੈ। ਕਿਸੇ ਨੂੰ ਕੋਈ ਸੰਸਾ ਹੈ, ਕਿਸੇ ਨੂੰ ਕੋਈ ਸੰਸਾ, ਤੇ ਫਿਰ ਉਸ ਸੰਸਾਰ ਵਿੱਚ ਅਸੀਂ ਰਹਿੰਦੇ ਹਾਂ ਤੇ ਸਾਨੂੰ ਵੀ ਤੇ ਸੰਸਾ ਹੀ ਹੋਣਗੇ ਨਾ। ਮਹਾਰਾਜ ਕਹਿਣ ਲੱਗੇ ਪਰ ਨਾਮ ਜਪਣ ਵਾਲਿਆਂ ਨੂੰ ਸੰਸਾ ਕੋਈ ਰਹਿੰਦਾ ਹੀ ਨਹੀਂ ਹੈ। ਸਾਰੇ ਸੰਸੇ ਉਹਨਾਂ ਦੇ ਮੁੱਕ ਜਾਂਦੇ, ਖਤਮ ਹੋ ਜਾਂਦੇ। ਕਿਸੇ ਅੰਦੇਸਾ ਨਹੀਂ, ਉਹਦਾ ਕੋਈ ਸੰਸਾ ਰਹਿ ਨਹੀਂ ਜਾਂਦਾ ਹੈ। ਸਤਿਗੁਰ ਚਰਨ ਲੱਗੇ ਭਉ ਮਿਟਿਆ, ਜਿਹੜੇ ਗੁਰਾਂ ਦੇ ਚਰਨਾਂ ਦੇ ਨਾਲ ਲੱਗ ਗਏ ਉਹਨਾਂ ਦਾ ਡਰ ਖਤਮ ਹੋ ਗਿਆ। ਸਾਰਿਆਂ ਤੋਂ ਵੱਡਾ ਡਰ ਜੋ ਦੁਨੀਆ ਦਾ, ਫਿਰ ਡਰ ਹੈ ਮੌਤ ਦਾ, ਫਿਰ ਡਰ ਹੈ ਜਮਾਂ ਦਾ। ਇਹ ਸਾਰੇ ਡਰ ਹੀ ਨੇ। ਇਹ ਸਾਰੇ ਡਰ ਮਹਾਰਾਜ ਮੁਕਾ ਦਿੰਦੇ ਹਨ। ਹਰ ਗੁਣ ਗਾਏ ਮਨ ਮਾਹੀ, ਜਿਨ੍ਹਾਂ ਨੇ ਮਨ ਦੇ ਵਿੱਚ ਰੱਬ ਦੇ ਗੁਣ ਗਾਏ ਨੇ। ਅਸੀਂ ਜ਼ੁਬਾਨ ਦੇ ਨਾਲ ਗਾਉਂਦੇ ਹਾਂ, ਵਾਹ ਭਲਾ ਚੰਗੀ ਗੱਲ ਹੈ, ਜ਼ੁਬਾਨ ਨਾਲ ਗਾਉਂਦੇ ਹਾਂ, ਪਰ ਇਸ ਜ਼ੁਬਾਨ ਦੇ ਨਾਲ ਗਾਉਂਦਿਆਂ ਮਨ ਦੇ ਨਾਲ ਵੀ ਗਾਉਣ ਦਾ ਯਤਨ ਕਰੀਏ। ਸਾਡੀ ਜ਼ੁਬਾਨ ਦੇ ਨਾਲ ਸਾਡਾ ਮਨ ਵੀ ਬੋਲੇ। ਸਾਡੀ ਜ਼ੁਬਾਨ ਜਪਦੀ ਪਈ ਗੁਣ ਗਾਉਂਦੀ ਹੈ, ਸਾਡਾ ਮਨ ਵੀ ਉਹਨਾਂ ਗੁਣਾਂ ਨੂੰ ਗਾਵੇ। ਕਹਿਣ ਲੱਗੇ ਜਿਨ੍ਹਾਂ ਨੇ ਭਾਈ ਇਹ ਅਵਸਥਾ ਪ੍ਰਾਪਤ ਕਰ ਲਈ ਹੈ, ਜ਼ੁਬਾਨ ਦੇ ਨਾਲ ਜਿਨ੍ਹਾਂ ਨੇ ਇਹ
ਬਚਨ ਜਿਹੜੇ ਨੇ ਆਪਣੇ ਮਨ ਤੇ ਲਾਗੂ ਕਰ ਲੈ, ਕਹਿਣ ਲੱਗੇ ਭਾਈ ਉਹ ਗੁਰਮੁਖ ਜਿਹੜੇ ਨੇ ਉਹਨਾਂ ਦੇ ਡਰ ਖਤਮ ਹੋ ਜਾਂਦੇ ਹਨ। ਸੁਖ ਸਹਿਜ ਆਨੰਦ ਕਨੇਰੇ ਸਤਿਗੁਰ ਦੀ ਆਦਲਾਸਾ। ਸਤਿਗੁਰੂ ਬਖਸ਼ਿਸ਼ ਕਰਦੇ ਸੁਖ ਸਹਿਜ ਅਚੁੱਤ ਸੁਖ ਜਿਹੜਾ ਕਦੇ ਨਾ ਮੁੱਕੇ। ਦੁਨੀਆ ਦੇ ਪਦਾਰਥ ਦਾ ਸਾਨੂੰ ਸੁਖ ਮਿਲਦਾ ਹੈ ਪਰ ਕੁਝ ਸਮੇਂ ਵਾਸਤੇ, ਫਿਰ ਉਹ ਸੁਖ ਦੁੱਖ ਰੂਪ ਵੀ ਹੋ ਸਕਦਾ। ਮੰਨ ਲਓ ਪੁੱਤਰ ਦੀ ਪ੍ਰਾਪਤੀ ਹੋਈ ਹੈ, ਬੜੀਆਂ ਵਧਾਈਆਂ ਮਿਲੀਆਂ, ਬੜੀਆਂ ਖੁਸ਼ੀਆਂ ਮਨਾਈਆਂ, ਪੁੱਤਰ ਪ੍ਰਾਪਤ ਹੋਇਆ, ਸੁਖ ਮਿਲ ਗਿਆ, ਪਰ ਇਹ ਕੋਈ ਨਹੀਂ ਜਾਣਦਾ ਵੀ ਇਹ ਪੁੱਤਰ ਵੱਡਾ ਹੋ ਕੇ ਸੁਖ ਦੇਵੇਗਾ ਕਿ ਦੁੱਖ ਦੇਵੇਗਾ। ਇੰਨਾ ਦੁੱਖ ਦੇ ਸਕਦਾ ਹੈ ਕਈ ਵਾਰੀ ਵਿਅਕਤੀ ਫਿਰ ਇਹ ਕਹਿਣ ਤੇ ਮਜਬੂਰ ਹੋ ਜਾਂਦਾ ਜੇ ਨਾ ਹੁੰਦਾ ਤੇ ਠੀਕ ਹੈ। ਦੁਨੀਆ ਦਾ ਰਾਜਾ ਉਗਰਸੈਨ ਹੈ, ਤਖਤ ਤੇ ਬੈਠਾ ਰਾਜ ਕਰਦਾ, ਪੁੱਤਰ ਹੈ ਕੰਸ। ਹੁਣ ਜਦੋਂ ਕੰਸ ਦਾ ਜਨਮ ਹੋਇਆ ਉਗਰਸੈਨ ਬੜਾ ਖੁਸ਼ ਹੋਇਆ ਵੀ ਮੇਰੇ ਘਰੇ ਪੁੱਤਰ ਹੋਇਆ, ਇਹ ਮੇਰੇ ਰਾਜ ਭਾਗ ਨੂੰ ਸੰਭਾਲੇਗਾ। ਤੇ ਜਦੋਂ ਕੰਸ ਵੱਡਾ ਹੋ ਗਿਆ, ਰਾਤੋਂ ਰਾਤ ਆਪਣੇ ਬਾਪ ਨੂੰ ਕੈਦ ਕਰਕੇ ਜੇਲ੍ਹ ਵਿੱਚ ਸੁੱਟਿਆ, ਆਪ ਤਖਤ ਤੇ ਬੈਠ ਗਿਆ, ਕਹਿੰਦਾ ਰੋਟੀ ਪਾਣੀ ਵੀ ਬਾਪੂ ਦਾ ਬੰਦ ਕਰ ਦਿਓ। ਫਿਰ ਉਹ ਜਿਹੜਾ ਸੁਖ ਮਿਲਿਆ ਸੀ ਉਹ ਹੁਣ ਦੁੱਖ ਰੂਪ ਹੋ ਗਿਆ। ਇਹ ਇੱਕ ਦੁਨੀਆ ਦੀ ਉਦਾਹਰਣ ਹੈ। ਦੁਨੀਆ ਦੇ ਵਿੱਚ ਕੋਈ ਪਦਾਰਥ ਇਹੋ ਜਿਹਾ ਨਹੀਂ ਜਿਹੜਾ ਸਦਾ ਵਾਸਤੇ ਸੁਖ ਦੇਵੇ। ਜਿਹੜਾ ਕੋਈ ਅੱਜ ਆ ਗਿਆ ਉਹਦੇ ਆਉਣ ਦਾ ਸੁਖ ਹੈ, ਜਿੱਦਣ ਛੱਡ ਕੇ ਜਾਵੇਗਾ ਉਦੋਂ ਦੁੱਖ ਵੀ ਜ਼ਰੂਰ ਹੋਵੇਗਾ। ਮਹਾਰਾਜ ਕਹਿਣ ਲੱਗੇ ਪਰ ਪਰਮਾਤਮਾ ਇੱਕ ਇਹੋ ਜਿਹਾ ਹੈ ਜਿਹਦੇ ਸੁਖ ਕਦੇ ਖਤਮ ਨਹੀਂ ਹੁੰਦੇ, ਉਹਦੇ ਦਿੱਤੇ ਸੁਖ ਹਮੇਸ਼ਾ ਰਹਿੰਦੇ ਨੇ। ਸੁਖ ਸਹਿਜ ਆਨੰਦ ਕਨੇਰੇ, ਬਹੁਤੇ ਆਨੰਦ ਜਿਹੜੇ ਨੇ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੇ ਹਨ। ਸਤਿਗੁਰ ਦੀ ਆਦਲਾਸਾ, ਜਿਨ੍ਹਾਂ ਨੂੰ ਗੁਰੂ ਨੇ ਦਿਲਾਸਾ ਦਿੱਤਾ ਹੈ, ਦਿਲਾਸਾ ਕਹੀਏ ਜਿਨ੍ਹਾਂ ਨੂੰ ਧੀਰ ਦੇ ਦਿੱਤਾ, ਜਿਨ੍ਹਾਂ ਨੂੰ ਗੁਰੂ ਨੇ ਹੌਸਲਾ ਦਿੱਤਾ, ਜਿਨ੍ਹਾਂ ਦੀ ਗੁਰੂ ਨੇ ਬਾਹ ਫੜ ਲਈ ਹੈ, ਉਹਨਾਂ ਨੂੰ ਇਹ ਸਾਰੇ ਸੁਖ ਪ੍ਰਾਪਤ ਹੁੰਦੇ ਹਨ। ਜਿਨ ਘਰ ਆਏ ਸੋਭਾ ਸੇਤੀ ਪੂਰਨ ਹੋਈ ਆਸਾ। ਜਿਹੜੇ ਗੁਰਮੁਖ ਨੇ ਜਿਨ ਘਰ ਆਏ, ਸੰਸਾਰ ਦੇ ਵਿੱਚੋਂ ਆਪਣਾ ਇਹ ਮਨੁੱਖਾ ਜਨਮ ਜਿਨ ਕਹੀਏ ਜਿੱਤ ਕੇ ਆਏ ਨੇ। ਸੰਸਾਰ ਦੇ ਵਿੱਚ ਮਨੁੱਖਾ ਜਨਮ ਦੀ ਬਾਜੀ ਹਾਰ ਕੇ ਨਹੀਂ ਗਏ, ਸਗੋਂ ਜਿੱਤ ਕੇ ਇੱਥੋਂ ਗਏ ਨੇ। ਉਹ ਗੁਰਮੁਖ ਜਿਨ੍ਹਾਂ ਨੇ ਨਾਮ ਜਪਿਆ ਉਹ ਸੰਸਾਰ ਦੇ ਵਿੱਚ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ। ਆਏ ਸੋਭਾ ਸੇਤੀ, ਸਰੂਪ ਰੂਪੀ ਘਰ ਦੇ ਵਿੱਚ ਸੋਭਾ ਨਾਲ ਆਉਂਦੇ, ਸੱਚਖੰਡ ਦੇ ਵਿੱਚ ਸੋਭਾ ਨਾਲ ਆਉਂਦੇ ਨੇ। ਤੇ ਮਹਾਰਾਜ ਕਹਿਣ ਲੱਗੇ ਉਹਨਾਂ ਦੀਆਂ ਸਾਰੀਆਂ ਆਸਾਵਾਂ, ਆਸਾ ਮਨ ਦੇ ਫੁਰਨੇ ਪੂਰੇ ਹੋ ਜਾਂਦੇ ਹਨ। ਪੂਰਾ ਗੁਰ ਪੂਰੀ ਮਤ ਜਾਂ ਕੀ ਪੂਰਨ ਪ੍ਰਭ ਕੇ ਕਾਮਾ। ਸਤਿਗੁਰੂ ਜੇ ਪੂਰਨ ਹੋਣ ਤੇ ਫਿਰ ਪੂਰਿਆਂ ਗੁਰਾਂ ਦੀ ਮਤ ਵੀ ਪੂਰੀ ਹੁੰਦੀ ਹੈ। ਜੇ ਗੁਰੂ ਅਧੂਰਾ ਹੋਵੇ ਤੇ ਫਿਰ ਮਤ ਵੀ ਜਿਹੋ ਜਿਹਾ ਗੁਰੂ ਆਪ ਹੈ ਉਹੋ ਜਿਹੀ ਮਤ ਦੇਵੇਗਾ। ਇਸ ਕਰਕੇ ਪਹਿਲਾਂ ਪੂਰਾ ਗੁਰੂ ਲੱਭਣਾ ਜ਼ਰੂਰੀ ਹੈ। ਪੂਰਾ ਗੁਰ ਪੂਰੇ ਗੁਰੂ ਨੂੰ ਮਿਲੇਗਾ, ਪੂਰੀ ਮਤ ਜਾ ਕੀ, ਫਿਰ ਸਤਿਗੁਰੂ ਜੀ ਪੂਰੀ ਮਤੀ, ਪੂਰਾ ਗਿਆਨ ਬਖਸ਼ਿਸ਼ ਕਰਨਗੇ। ਅਤੇ ਜਦੋਂ ਉਹ ਮਤ ਪ੍ਰਾਪਤ ਹੁੰਦੀ ਹੈ ਪੂਰਨ ਪ੍ਰਭ ਕੇ ਕਾਮਾਂ, ਤੇ ਸਤਿਗੁਰਾਂ ਦੇ ਕੀਤੇ ਕੰਮ ਵੀ ਪੂਰੇ ਹੀ ਹੁੰਦੇ, ਕੋਈ ਅਧੂਰਾ ਕੰਮ ਰਹਿੰਦਾ ਹੀ ਨਹੀਂ ਹੈ। ਕਾਮਾਂ ਤੋਂ ਭਾਵ ਕਾਮਨਾ ਵੀ ਸਤਿਗੁਰੂ ਪੂਰੀਆਂ ਕਰ ਦਿੰਦੇ ਹਨ। ਗੁਰ ਚਰਨੀ ਲਾਗ ਧਰਿਓ ਪ੍ਰਭ ਸਾਗਰ, ਗੁਰ ਚਰਨੀ ਲਾਗ ਧਰਿਓ ਭਵ ਸਾਗਰ, ਜਪ ਨਾਨਕ ਹਰ ਹਰ ਨਾਮਾ। ਸਤਿਗੁਰੂ ਬਖਸ਼ਿਸ਼ ਕਰਦੇ ਜਿਹੜੇ ਗੁਰਾਂ ਦੇ ਚਰਨਾਂ ਦੇ ਨਾਲ ਲੱਗੇ ਨੇ। ਸਤਿਗੁਰਾਂ ਦੇ ਚਰਨ ਜਹਾਜ਼ ਦੇ ਵਾਂਗ ਨੇ। ਆਪਾਂ ਬਚਨ ਪੜ੍ਹਦੇ ਹਾਂ, ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹ ਗੁਰੂ ਨਾਨਕ ਦਾ ਨਾਮ ਜਿਹੜਾ ਵਾਹਿਗੁਰੂ ਮੰਤਰ ਹੈ, ਇਹ ਜਹਾਜ਼ ਹੈ ਜਿਹੜਾ ਜਪੇਗਾ। ਮੰਨ ਲਓ ਜਹਾਜ਼ ਤੇ ਚੜ੍ਹ ਗਿਆ, ਤੇ ਜਿਹੜਾ ਜਹਾਜ਼ ਤੇ ਚੜ੍ਹਿਆ ਉਤਰੇ ਪਾਰ, ਉਹ ਸੰਸਾਰ ਤੋਂ ਪਾਰ ਹੋਵੇਗਾ। ਮਹਾਰਾਜ ਕਹਿਣ ਲੱਗੇ ਗੁਰਚਰਨੀ ਲਾਗ, ਜਿਹੜੇ ਗੁਰਾਂ ਦੇ ਚਰਨਾਂ ਨਾਲ ਲੱਗੇ, ਗੁਰਾਂ ਦੇ ਚਰਨਾਂ ਨਾਲ ਜੁੜੇ। ਤੇ ਗੁਰਾਂ ਦੇ ਚਰਨਾਂ ਦੇ ਨਾਲ ਜੁੜਨਾ ਕੀ ਹੈ? ਗੁਰੂ ਦੇ ਬਚਨ ਨੂੰ ਮੰਨਣਾ, 100% ਹੀ ਮੰਨਣਾ। ਇਹ ਨਹੀਂ ਵੀ 1% ਛੱਡ ਦਈਏ, ਨਹੀਂ। ਜਿਨ੍ਹਾਂ ਨੇ ਪੂਰੇ ਦਾ ਪੂਰਾ ਗੁਰੂ ਦਾ ਬਚਨ ਮੰਨਿਆ, ਇਹ ਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਹੈ। ਤੇ ਗੁਰੂ ਦੇ ਬਚਨ ਤੇ ਕਈ ਆਪਾਂ ਨੂੰ ਜ਼ਿੰਦਗੀ ਵਿੱਚ ਪ੍ਰਾਪਤ ਹੋਏ। ਤੇ ਮਹਾਰਾਜ ਜੀਆਂ ਦਾ ਬਚਨ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠਾਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਇਹ ਮਹਾਰਾਜ ਦੇ ਬਚਨ ਨੇ, ਇਹ ਗੁਰਸਿੱਖ ਦਾ ਰੋਜ਼ ਦਾ ਕੰਮ ਹੈ। ਮਹਾਰਾਜ ਕਹਿਣ ਲੱਗੇ ਜਿਹੜੇ ਇਹਨਾਂ ਬਚਨਾਂ ਨੂੰ ਬਿਲਕੁਲ ਮੰਨਦੇ ਨੇ ਉਹ ਲੱਗੇ ਨੇ ਗੁਰਾਂ ਦੇ ਚਰਨਾਂ ਦੇ ਨਾਲ। ਹੁਣ ਇੱਕ ਪਾਸੇ ਬਚਨ ਸੁਣ ਵੀ ਲਿਆ, ਦੂਜੇ ਪਾਸੇ ਬਚਨ ਮੰਨਿਆ ਨਹੀਂ ਤੇ ਪ੍ਰਾਪਤੀ ਨਹੀਂ ਹੈ।
ਸਲਾਮ ਜਵਾਬ ਦੋਵੈ ਕਰੇ, ਮੁੱਢੋ ਕੁੱਥਾ ਜਾਏ। ਸਲਾਮ ਕੀਤੀ, ਮੱਥਾ ਟੇਕਿਆ, ਨੱਕ ਰਗੜਿਆ, ਸਾਰਾ ਕੁਝ ਕੀਤਾ ਹੈ, ਪਰ ਜਵਾਬ ਕਰੇ। ਜੇ ਸਤਿਗੁਰਾਂ ਨੇ ਅੱਗੋਂ ਬਚਨ ਕੋਈ ਆਖਿਆ ਤੇ ਫਿਰ ਜਵਾਬ ਦਿੱਤਾ ਵੀ ਇਹ ਨਹੀਂ ਹੋ ਸਕਦਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਤੇ ਮੁੱਢੋਂ ਹੀ ਭੁੱਲ ਗਿਆ, ਉਹਨੂੰ ਪ੍ਰਾਪਤੀ ਕੋਈ ਨਹੀਂ ਹੋਈ, ਖਾਲੀ ਰਹਿ ਗਿਆ। ਇਸ ਕਰਕੇ ਪਾਤਸ਼ਾਹ ਕਹਿਣ ਲੱਗੇ ਗੁਰਚਰਨੀ ਲਾਗ, ਗੁਰਾਂ ਦੇ ਚਰਨਾਂ ਦੇ ਨਾਲ ਲੱਗਣਾ, ਗੁਰਾਂ ਦੇ ਬਚਨ ਮੰਨਣੇ ਨੇ। ਬਚਨ ਵੀ ਪੂਰੇ ਦਾ ਪੂਰਾ ਮੰਨਣਾ, ਇਹ ਨਹੀਂ ਵੀ ਅੱਧਾ ਮੰਨਿਆ ਤੇ ਅੱਧਾ ਛੱਡ ਦਿੱਤਾ। ਜਿਨ੍ਹਾਂ ਨੇ ਪੂਰਾ ਬਚਨ ਮੰਨਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਹੁਣ ਇਹਦੇ ਉੱਪਰ ਜੇ ਆਪਾਂ ਸਾਖੀਆਂ ਸਰਵਣ ਕਰੀਏ ਨਾ ਇਤਿਹਾਸ ਦੇ ਵਿੱਚੋਂ ਗੁਰਸਿੱਖਾਂ ਦੀਆਂ, ਤੇ ਬੇਅੰਤ ਸਾਖੀਆਂ ਨੇ ਜਿਨ੍ਹਾਂ ਨੇ ਬਚਨ ਮੰਨਿਆ ਤੇ ਬਚਨ ਮੰਨਣ ਵਾਲਿਆਂ ਦਾ ਭਲਾ ਹੋਇਆ ਸੰਸਾਰ ਦੇ ਵਿੱਚ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਪ ਨਾਨਕ ਹਰ ਹਰ ਨਾਮਾ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਜਪਿਆ ਉਹ ਸੰਸਾਰ ਤੋਂ ਪਾਰ ਹੋ ਗਏ ਹਨ। ਸੋਰਠ ਮਹੱਲਾ ਪੰਜਵਾਂ। ਭਇਓ ਕਿਰਪਾਲ ਦੀਨ ਦੁਖ ਭੰਜਨ, ਆਪੇ ਸਭ ਥਾਟੀ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਜਿਸ ਵੇਲੇ ਦੁੱਖਾਂ ਨੂੰ ਭੰਨਣ ਵਾਲਾ ਪਰਮਾਤਮਾ ਕਿਰਪਾਲੂ ਹੁੰਦਾ ਹੈ ਤੇ ਉਸ ਵੇਲੇ ਕੀ ਕਰਦਾ ਹੈ, ਉਹ ਆਪੇ ਹੀ ਸਾਰੇ ਦੁੱਖਾਂ ਨੂੰ ਭੰਨਣ ਦੀ ਵਿਧੀ ਬਣਾ ਦਿੰਦਾ। ਕੋਈ ਇਹੋ ਜਿਹਾ ਤਰੀਕਾ ਬਣਾ ਦਿੰਦਾ ਹੈ, ਇਹੋ ਜਿਹਾ ਉਸ ਵੇਲੇ ਉਹ ਵਿਉਂਤ ਬਣਾ ਦਿੰਦਾ ਹੈ ਕਿ ਸਾਰੇ ਦੁੱਖ ਜਿਹੜੇ ਨੇ ਆਪਣੇ ਆਪ ਹੀ ਟੁੱਟ ਜਾਂਦੇ, ਨਾਸ ਹੋ ਜਾਂਦੇ ਹਨ। ਖਿਨ ਮੇ ਰਾਖ ਲਿਓ ਜਾਣੇ ਆਪਣਾ, ਗੁਰਪੂਰੇ ਬੇੜੀ ਕਾਟੀ। ਖਿਣ ਦੇ ਵਿੱਚ ਸਤਿਗੁਰੂ ਰੱਖ ਲੈਂਦੇ ਤੇ ਫਿਰ ਪੂਰਿਆਂ ਗੁਰਾਂ ਨੇ ਇਹ ਮੋਹ ਦੀ ਬੇੜੀ, ਇਹ ਪਰਿਵਾਰ ਦੇ ਬੰਧਨਾਂ ਦੀ ਬੇੜੀ ਇੱਕ ਖਿਣ ਦੇ ਵਿੱਚ। ਖਿਣ ਦਾ ਸਮਾਂ ਕਿੰਨਾ, ਅੱਖ ਨੂੰ ਖੋਲ੍ਹਣ ਤੇ ਮੀਟਣ ਤੋਂ ਵੀ ਘੱਟ ਸਮੇਂ ਦੇ ਵਿੱਚ ਉਹ ਪਰਮਾਤਮਾ ਸਾਰੇ ਬੰਧਨਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ। ਮੇਰੇ ਮਨ ਗੁਰ ਗੋਬਿੰਦ ਸਤਿਆਈਐ। ਮੇਰਾ ਮਨਾ ਜੋ ਗੁਰੂ ਗੋਬਿੰਦ ਹਨ ਉਸ ਨੂੰ ਧਿਆਉਣਾ ਕਰ। ਗੋਬਿੰਦ ਨਾਮ ਪਰਮਾਤਮਾ ਦਾ, ਜਿਹੜਾ ਗੁਰੂ ਪਰਮਾਤਮਾ ਦਾ ਰੂਪ ਹੋ ਗਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਨੇ ਪਰਮੇਸ਼ਰ ਨੂੰ ਜਾਣ ਲਿਆ ਉਹ ਹੈ ਗੁਰੂ। ਕਹਿਣ ਲੱਗੇ ਭਾਈ ਐਸੇ ਗੁਰੂ ਦੇ ਦੱਸੇ ਹੋਏ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਧਿਆਉਣਾ ਕਰ। ਮੇਰੇ ਮਨ ਗੁਰ ਗੋਬਿੰਦ ਸਦ ਧਿਆਈਐ, ਐਸੇ ਪ੍ਰਮਾਤਮਾ ਨੂੰ ਸਦਾ ਧਿਆਉਣਾ ਕਰ। ਸਗਲ ਕਲੇਸ਼ ਮਿਟੇ ਇਸ ਤਨ ਤੇ, ਮਨ ਚਿੰਦਿਆਂ ਫਲ ਪਾਈਐ। ਸਾਰੇ ਕਲੇਸ਼ ਜਿਹੜੇ ਸਰੀਰ ਦੇ ਉੱਪਰ ਪਏ ਹੋਏ ਨੇ, ਬਿਮਾਰੀ ਦਾ ਦੁੱਖ ਹੈ, ਮੋਹ ਦਾ ਦੁੱਖ ਹੈ, ਈਰਖਾ ਦਾ ਦੁੱਖ ਹੈ, ਇਹ ਸਾਰੇ ਜਿੰਨੇ ਦੁੱਖ ਪਏ ਹੋਏ ਇਹ ਸਾਰੇ ਇੱਕ ਛਿਣ ਦੇ ਵਿੱਚ ਮਹਾਰਾਜ ਖਤਮ ਕਰਨ ਦੀ ਸਮਰੱਥਾ ਰੱਖਦੇ। ਔਰ ਮਨ ਇੱਛਤ ਫਲ ਜਿਹੜੇ ਸੰਗਤ ਵਿੱਚੋਂ ਮਿਲਦੇ। ਕਈ ਵਾਰੀ ਸਾਡਾ ਫੁਰਨਾ ਹੋ ਜਾਂਦਾ ਹੈ ਨਾ ਕਿ ਮੈਨੂੰ ਇਹ ਚੀਜ਼ ਮਿਲ ਜਾਵੇ, ਉਹ ਜਿਹੜੀ ਵਸਤੂ ਹੈ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦੀ ਹੈ। ਸੰਗਤ ਵਿੱਚ ਉਹ ਫੁਰਨਾ ਪੂਰਾ ਹੋ ਜਾਂਦਾ। ਜਿਹੜਾ ਫੁਰਨਾ ਅਸੀਂ ਰੱਖ ਕੇ ਆਏ ਹਾਂ, ਬਣਾ ਕੇ ਆਏ ਹਾਂ, ਜਿਸ ਫੁਰਨੇ ਨੂੰ ਅਸੀਂ ਚਾਹੁੰਦੇ ਹਾਂ ਸੰਗਤ ਵਿੱਚ ਪੂਰਾ ਹੁੰਦਾ ਹੈ। ਰੋ ਜੀ ਜੰਤ ਜਾ ਕੇ ਸਭ ਕੀਨੇ, ਪ੍ਰਭੂ ਚਾਗਮਾ ਪਾਰਾ। ਜਿੰਨੇ ਵੀ ਜੀ ਜੰਤ ਨੇ ਪ੍ਰਮਾਤਮਾ ਨੇ ਪੈਦਾ ਕੀਤੇ। ਕਈ ਵਾਰੀ ਕੀੜੀ ਸਾਡੇ ਪੈਰਾਂ ਥੱਲੇ ਆ ਜਾਵੇ, ਅਸੀਂ ਮਸਲ ਕੇ ਪੈਰ ਦੇ ਨਾਲ ਉਹਨੂੰ ਮਾਰ ਦਿੰਦੇ, ਜਾਂ ਹੋਰ ਨਿੱਕੇ ਨਿੱਕੇ ਇਹ ਜਿਹੜੇ ਰੱਬ ਨੇ ਬਣਾਏ ਨੇ ਜੀਵ ਜੰਤੂ ਮਾਰ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ। ਪਰ ਮਹਾਰਾਜ ਕਹਿਣ ਲੱਗੇ ਭਾਈ ਭਾਵੇਂ ਜੀਵ ਕੋਈ ਨਿੱਕਾ ਹੈ ਤੇ ਭਾਵੇਂ ਵੱਡਾ ਹੈ, ਕੀਤੇ ਸਾਰੇ ਪਰਮਾਤਮਾ ਨੇ ਬਣਾਏ ਹੋਏ ਨੇ। ਜੀ ਜੰਤ ਜਾ ਕੇ ਸਭ ਕੀਨੇ, ਪਰਮਾਤਮਾ ਨੇ ਜੀਵ ਜੰਤੂ ਸਾਰੇ ਬਣਾਏ ਨੇ, ਉਹਦੇ ਬਣਾਏ ਹੋਏ ਇਹ ਜੀਵ ਜੰਤੂ ਤੁਰੇ ਫਿਰਦੇ। ਪਰ ਉਹਨਾਂ ਜੀਵ ਜੰਤੂਆਂ ਨੇ ਕਦੇ ਤਰੀਕਾ ਇਹ ਨਹੀਂ ਅਪਣਾਇਆ ਵੀ ਮਨੁੱਖ ਮਰ ਜਾਵੇ। ਕਦੇ ਕਿਸੇ ਵੇਖਿਆ ਵੀ ਜੀਵ ਜੰਤੂ ਨੇ ਮੱਖੀ ਸੋਚ ਲਵੇ, ਮੱਛਰ ਸੋਚ ਲਵੇ ਵੀ ਇਹ ਬੰਦਾ ਮਰੇ। ਪਰ ਬੰਦਾ ਸੋਚਦਾ ਵੀ ਮੱਖੀ ਮਰਨੀ ਚਾਹੀਦੀ ਹੈ, ਮੱਛਰ ਮਰ ਜਾਵੇ, ਜੀਵ ਜੰਤੂ ਮਰ ਜਾਣ। ਅੱਜ ਕੱਲ੍ਹ ਤੇ ਬੜੇ ਸਾਧਨ ਆ ਗਏ, ਉਹਦੇ ਤੇ ਮੱਖੀਆਂ ਮਰ ਜਾਂਦੀਆਂ, ਮੱਛਰ ਮਰ ਜਾਂਦਾ। ਅਸੀਂ ਤੇ ਮਾਰਨ ਦਾ ਯਤਨ ਕਰਦੇ। ਰੱਬ ਨੇ ਜਿਹੜੀ ਕੁਦਰਤ ਪੈਦਾ ਕੀਤੀ ਹੈ ਉਹ ਰਹਿਣੀ ਨਹੀਂ ਚਾਹੀਦੀ, ਦਿਸਣੀ ਨਹੀਂ ਚਾਹੀਦੀ ਹੈ। ਪਰ ਮਹਾਰਾਜ ਕਹਿੰਦੇ ਭਾਈ ਪੈਦਾ ਤੇ ਸਾਰੇ ਪ੍ਰਮਾਤਮਾ ਨੇ ਕੀਤੇ ਨੇ, ਕਿਉਂਕਿ ਉੱਚਾ ਹੈ, ਮਨ ਦੀ ਗਮਤਾ ਤੋਂ ਪਰੇ, ਪਾਰਾਵਾਰ ਤੋਂ ਰਹਿਤ ਹੈ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਭਏ ਦਰਬਾਰਾ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠ ਕੇ ਨਾਮ ਧਿਆਇਆ ਉਹਨਾਂ ਦੇ ਇੱਥੇ ਵੀ ਮੁਖ ਉਜਲੇ ਨੇ। ਜਦੋਂ ਉਹ ਸਰੀਰ ਛੱਡ ਕੇ ਸੱਚਖੰਡ ਵਿੱਚ ਜਾਣਗੇ ਉੱਥੇ ਵੀ ਮੁਖ ਉਜਲੇ ਹੋਣਗੇ। ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਇੱਥੇ ਉਜਲੇ ਨੇ। ਤੇ ਜਦੋਂ ਦਰਗਾਹ ਵਿੱਚ ਗਏ ਕੀਤੀ ਛੁੱਟੀ ਨਾਲ ਪਤਾ ਨਹੀਂ ਕਿੰਨੇ ਕੁ ਨਾਲ ਆਪਣੀ ਸੰਗਤ ਦੇ ਛੁਡਾ ਕੇ ਲੈ ਜਾਣਗੇ। ਐਸੀ ਸਮਰੱਥਾ ਉਹਨਾਂ ਦੇ ਵਿੱਚ ਹੈ। ਲੋਕ ਪਰਲੋਕ ਦੇ ਵਿੱਚ ਉਹਨਾਂ ਗੁਰਮੁਖਾਂ ਦੇ ਮੁਖੜੇ ਜਿਹੜੇ ਉਜਲੇ ਹੁੰਦੇ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ।
ਬਚਨ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਜੀ ਜੰਤ ਜਾ ਕੇ ਸਭ ਕੀਨੇ, ਪ੍ਰਭੂ ਚਾਗਮਾ ਪਾਰਾ। ਸਾਧ ਸੰਗ ਨਾਨਕ ਨਾਮ ਧਿਆਇਆ, ਮੁਖ ਉਜਲ ਪਏ ਦਰਬਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ